ਮੁੰਡਿਆਂ ਦੀ ਮਾਂ ਕਹਿੰਦੀ ਵੀ ਅਸੀਂ 10 ਕਿੱਲੇ ਸਾਡੇ ਕੋਲ ਹੈਗੇ, ਅਸੀਂ 2 ਕਿੱਲੇ ਵੇਚ ਦਿਆਂਗੇ। ਹੰਕਾਰ ਕੀ ਕਹਿੰਦੇ? ਕਾਰ ਪੂਰਾ ਜੀ, ਪੂਰਾ ਫੁੱਲ। ਜੇ ਕੋਈ ਦਲਿਤ ਪਰਿਵਾਰ ਦਾ ਮਜ਼ਦੂਰ ਕੋਈ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਆਵੇ, ਉਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ ਜੀ ਉਹਦੇ। ਵੀ ਇਹ ਕਿਉਂ ਮਜ਼ਦੂਰ, ਇਹ ਕਿਉਂ ਮਤਲਬ ਅੱਗੇ ਵਧੀ ਜਾਂਦੇ ਨੇ, ਇਹ ਸਾਈਕਲ ਤੇ ਕਿਉਂ ਨਹੀਂ ਜਾਂਦੇ, ਇਹ ਸਾਡੀਆਂ ਖੁਲਡੀਆਂ 'ਚ ਹੱਥ ਕਿਉਂ ਨਹੀਂ ਮਾਰਦੇ, ਇਹਨਾਂ ਦੀਆਂ ਬੁੜੀਆਂ ਸਾਡੇ ਗੋਹਾ ਕੂੜਾ ਕਿਉਂ ਨਹੀਂ ਕਰਦੇ। ਜੇ ਕਿਸੇ ਦੇ ਮੋਟਰਸਾਈਕਲ ਆ ਗਿਆ ਦਲਿਤ ਪਰਿਵਾਰ ਦੇ ਬਾਹਰ 'ਚ ਖੜਾ ਹੈ, ਉਹਨਾਂ ਨੇ ਲੱਤ ਮਾਰ ਕੇ ਲੰਘਣਾ ਹੀ ਮੁੰਡਿਆਂ ਨੇ। ਜੇ ਕਿਸੇ ਨੇ ਸੱਟੀਆਂ ਲਹਾ ਲੀਆਂ ਵੀ ਇਹ ਅੰਦਰ ਧਰ ਲਾਂਗੇ ਆਪਾਂ, ਉਹਨਾਂ ਨੇ ਹਲਾਂ ਨਾਲ ਟਰੈਕਟਰ ਦੇ ਨਾਲ ਉਹਨਾਂ ਨੂੰ ਖੰਡਿਆ ਦੇਣਾ ਜੀ। ਹੰਕਾਰ ਉਹਨਾਂ 'ਚ ਪੂਰਾ ਫੁੱਲ। ਆਹ ਮਿੱਟੀ ਦੇ ਸਹੁੰ ਸਾਨੂੰ ਵੋਟਾਂ ਪਾ ਦਿਓ ਕੀ ਤੁਹਾਡਾ ਇਹ ਐਂ ਕਰ ਦਿਆਂਗੇ, ਤੁਹਾਡੀ ਸਾਰੀ ਥਾਈ 'ਚ ਫਰਸ਼ ਚਿਣ ਦਿਆਂਗੇ ਜੀ, ਅਸੀਂ ਤੁਹਾਡੇ ਸਾਰੇ ਜਵਾਕਾਂ ਨੂੰ ਨੌਕਰੀਆਂ ਤੇ ਲਵਾ ਦਿਆਂਗੇ ਜੀ। ਉਹ ਨੌਕਰੀਆਂ ਕਿਹੜੀਆਂ ਨੇ ਜੀ, ਉਹ ਤੁਹਾਨੂੰ ਮੈਂ ਦੱਸਦਾ। ਤੇ ਨੌਕਰੀਆਂ ਇਹ ਹੈ ਜੀ, ਮਤਲਬ ਤੂੰ ਸਾਡੇ ਗੋਹਾ ਕੂੜਾ ਸਿੱਟਣ ਆਇਆ ਕਰ, ਤੂੰ ਸਾਡੇ ਮਾਲ ਪਸ਼ੂ ਸਾਂਭ, ਤੂੰ ਕਿਸੇ ਦੁਕਾਨ ਤੇ ਨਹੀਂ ਲੱਗਣਾ। ਮਤਲਬ ਸਾਡਾ ਨੌਕਰ ਬਣਾ ਕੇ ਰੱਖਦੇ ਜੀ, ਆਪਦੀਆਂ ਖੁਲਡੀਆਂ 'ਚ ਹੱਥ ਮਰਵਾਉਣਾ ਚਾਹੁੰਦੇ ਨੇ। ਉਹ ਮਤਲਬ ਨੌਕਰੀਆਂ ਨੇ ਜੀ ਇਹਨਾਂ ਦੀ। ਮੇਰਾ ਬੇਟਾ ਗੁਰਪ੍ਰੀਤ ਨਾਲ ਨੌਕਰ ਸੀ ਜੀ। ਜਦੋਂ ਜੀ ਨੌਕਰ ਸੀ, ਉਹ ਪਾਸੇ ਪਿੰਡ ਉਹਦੀ ਜ਼ਮੀਨ ਸੀ। ਪਾਸੇ ਪਿੰਡ ਪਹਿਲਾਂ ਤਾਂ ਉਹ ਘਰੇ ਕਹਿੰਦਾ ਪੋਚੇ ਲਾਓ ਮੇਰੇ, ਪੋਚੇ ਵਗੈਰਾ ਲਵਾ ਕੇ ਜਦੋਂ ਤੋਰਦਾ ਸੀ ਉਹ, ਉੱਥੇ ਜਾ ਕੇ ਜਦੋਂ ਮੇਰੇ ਬੇਟੇ ਤੋਂ ਕੰਮ ਨਹੀਂ, ਗਰਮੀ ਦੇ ਵਿੱਚ ਠਾੜ ਚੜ੍ਹਦੀਆਂ ਧੁੱਪਾਂ ਸੀ, ਜਦੋਂ ਜਾ ਕੇ ਮਾੜਾ ਮੋਟਾ ਦਮ ਸਾਂਭ ਲੈਂਦਾ ਸੀ, ਉਹਨੂੰ ਗਾਲ ਤੋਂ ਬਿਨਾਂ ਜੀ ਬੋਲਦਾ ਨਹੀਂ ਸੀ। ਗੁਰਪ੍ਰੀਤ ਤੋਂ ਆ ਕੇ ਤੰਗ ਹੋ ਕੇ ਜੀ ਉਹਨੇ ਇਹ ਕਦਮ ਚੱਕਿਆ ਗਾ। ਸਾਈਡ ਕਰ ਲਿਆ? ਹਾਂਜੀ। ਉਦੋਂ ਬਾਅਦ ਬਸ ਘਰੋਂ ਚੱਕਿਆ ਗਿਆ, ਕੋਈ ਉਹਦੇ ਬਿਆਨ ਨਹੀਂ, ਕੋਈ ਵਗੈਰਾ ਨਹੀਂ ਜੀ, ਜਮਾਂ ਗੁੰਮ ਹੋ ਗਿਆ ਸੀ। ਹੁਣ ਤੁਹਾਡੇ ਜੋ ਬੇਟੇ ਦੀ ਡੈੱਡ ਬੋਡੀ ਹਸਪਤਾਲ ਵਿੱਚ ਹੀ ਹੈ? ਹਾਂਜੀ, ਉਹ ਹਸਪਤਾਲ ਵਿੱਚ ਹੀ ਪਈ ਹੈ। ਜਿਸ ਤੇ ਦਿਨਾਂ ਤੱਕ ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜੀ, ਉਹਨਾਂ 'ਚ ਅਸੀਂ ਡੈੱਡ ਬੋਡੀ ਵੀ ਚੱਕਦੇ ਨਹੀਂ। ਨਾ ਹੀ ਸਰਪੰਚ ਨੇ ਕੋਈ ਗੱਲ ਨਹੀਂ ਰੱਖੀ। ਜਦੋਂ ਸਰਪੰਚ ਨੇ ਤਾਂ ਸਾਡਾ ਸਾਥ ਕੀ ਦੇਣਾ ਸੀਗਾ, ਉਹ ਤਾਂ ਸਗੋਂ ਦੀ ਉਹਨਾਂ ਜ਼ਿਮੀਂਦਾਰਾਂ ਦਾ ਹੀ ਸਾਥ ਦੇ ਰਹੇ ਨੇ ਵੀ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਹੋਵੇ, ਵੀ ਜ਼ਿਮੀਂਦਾਰਾਂ ਵੱਲੋਂ ਵੀ ਸਾਡਾ ਮਜ਼ਦੂਰ ਭਾਈਚਾਰੇ ਨਾਲ ਉਹ ਖੜ ਨਹੀਂ ਰਿਹਾ ਸਰਪੰਚ। ਸਾਨੂੰ ਕਮਰੇ 'ਚ ਅੰਦਰ ਲੈ ਗਏ ਤੇ ਉੱਥੇ ਜ਼ਿਮੀਂਦਾਰ ਸੀ ਜਿਹੜੇ ਸਾਰੇ ਉਹ ਬੈਠੇ ਸੀਗੇ ਸੋਫੇ ਤੇ ਕੁਰਸੀਆਂ ਤੇ, ਸਾਨੂੰ ਨੀਚੇ ਬਿਠਾਇਆ ਗਿਆ। ਅਸੀਂ ਆਖਿਆ ਪਿਛਲੇ ਸਾਲ ਤੁਸੀਂ ਨੇ ਲੋਕਡਾਊਨ ਵੇਲੇ 3500 ਰੁਪਇਆ ਰੇਟ ਦਿੱਤਾ ਸੀਗਾ, ਆਪਣੇ ਆਪ ਹੀ ਰੇਟ ਤੈਅ ਕੀਤਾ ਸੀਗਾ ਵੀ ਸਾਨੂੰ ਉਹੀ ਰੇਟ ਦੇ ਦਿਓ, ਅਸੀਂ ਝੋਨਾ ਲਾਉਂਦੇ ਹੋ ਜਾਾਂਗੇ, ਕੰਮ ਤੇ ਜਾਂਦੇ ਹੋ ਜਾਾਂਗੇ। ਉਹ ਕਹਿਣ ਲੱਗੇ ਵੀ ਅਸੀਂ ਤਾਂ ਰੇਟ ਦਿੰਦੇ ਨਹੀਂ ਹੈਗੇ। ਜ਼ਿਮੀਂਦਾਰ ਕਹਿੰਦੇ ਵੀ ਅਸੀਂ ਤਾਂ 2800 ਰੁਪਏ ਦੇਵਾਂਗੇ, ਲਾਉਣਾ ਲਾਓ, ਨਹੀਂ ਲਾਉਣਾ ਤੁਹਾਡੀ ਮਰਜ਼ੀ, ਨਹੀਂ ਜਾਓ। ਉਹਨਾਂ ਨੇ ਜੀ ਕੁਛ ਨਹੀਂ ਸੁਣਿਆ। ਪਹਿਲਾਂ ਤਾਂ ਉਹਨਾਂ ਨੇ ਇੱਟ ਚੱਕੀ, ਇੱਟ ਤਾਂ ਮੰਗ ਰਹੀ ਜ਼ਿਮੀਂਦਾਰਾਂ ਦੇ ਮੁੰਡਿਆਂ ਨੇ ਫੜ ਲਈ। ਜਦੋਂ ਇੱਟ ਫੜ ਲਈ ਉਦੋਂ ਬਾਅਦ ਉਹਨਾਂ ਨੇ ਉੱਤੋਂ ਦੀ ਹੋ ਕੇ ਦੂਜੇ ਮੁੰਡਿਆਂ ਦੇ ਥੱਪੜ ਮਾਰਿਆ, ਥੱਪੜ ਮਾਰਿਆ ਜੀ। ਆਹ ਇੱਕ ਤੋਂ ਕੱਪੜੇ ਪਾਟ ਕੇ ਕੁਛ ਨਹੀਂ ਹੋ ਕੀਤਾ ਜੀ। ਉਹਨਾਂ ਨੇ ਰੌਲਾ ਪੈ ਗਿਆ। ਅਸੀਂ 4 ਤਰੀਕ ਤੋਂ ਝੋਨਾ ਲਾਉਣ ਲੱਗੇ ਸੀ, 15 ਤਰੀਕ ਨੂੰ ਉਹਨਾਂ ਨੇ ਰੌਲਾ ਪਾ ਲਿਆ, 16 ਤਰੀਕ ਨੂੰ ਸਾਡੇ ਨਾਲ ਇਹ ਘਟਨਾ ਵਾਪਰ ਗਈ। ਜਦੋਂ ਪੈਸੇ ਮਿਲ ਗਏ ਜਿੰਨਾ ਤੁਸੀਂ ਝੋਨਾ ਲਾਇਆ? ਸਾਨੂੰ ਕੋਈ ਪੈਸਾ ਨਹੀਂ ਦਿੱਤਾ, ਜਿਹਦੇ ਅਸੀਂ ਪੈਸੇ ਜਾਣਦੇ ਜ਼ਿਮੀਂਦਾਰਾਂ ਦੇ। ਹਾਲਾਂਕਿ ਸਾਨੂੰ ਇਹ ਕਹਿੰਦੇ ਵੀ ਜਿੱਥੇ ਤੁਸੀਂ ਜਾਣਾ ਜਾਓ, ਜਿਹੜਾ ਜ਼ੋਰ ਲਾਉਣਾ ਲਾ ਲਓ, ਅਸੀਂ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇਵਾਂਗੇ। ਤੇ ਅਸੀਂ ਪਹਿਲਾਂ ਕਿਹਾ ਵੀ ਸੀ ਵੀ ਰੇਟ ਸਾਡਾ 4000 ਹੈ ਭਾਈ। ਤੇ ਜਦੋਂ ਅਸੀਂ ਪੈਸੇ ਲੈਣ ਗਏ, ਉਹਨਾਂ ਨੇ ਮੀਟਿੰਗ ਕਰਕੇ ਕਹਿੰਦੇ ਵੀ ਪੈਸੇ ਮੀਟਿੰਗ ਕਰਕੇ ਦੇਵਾਂਗੇ, ਆਪਾਂ ਇਦੋਂ 3000 ਤੋਂ ਇੱਕ ਪੰਜੀ ਵੱਧ ਨਹੀਂ ਦੇਣੀ। ਇਸ ਗੱਲ ਤੇ ਕੁੱਟਮਾਰ ਹੋਈ ਹੈ। ਤੁਹਾਨੂੰ ਕੁੱਟਿਆ ਗਿਆ ਕਿ ਹੋਰ ਵੀ ਪਿੰਡ ਦੇ ਲੋਕਾਂ ਨੂੰ ਕੁੱਟਿਆ? ਨਹੀਂ, ਮੈਂ ਇਕੱਲੇ ਦੀ ਕੁੱਟਮਾਰ ਹੋਈ ਹੈ ਜੀ। ਮੇਰੀਆਂ ਪੱਸਲੀਆਂ ਤੋੜੀਆਂ ਗਈਆਂ ਨੇ। ਮਾਨਸ ਕੀ ਜਾਤ ਸਭੀ ਇੱਕ ਪਹਿਚਾਨ ਵੋ, ਇਹ ਉਪਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਗਿਆ ਹੈ। ਤੁਹਾਨੂੰ ਇੱਕ ਤਸਵੀਰ ਦਿਖਾ ਦਿੰਦੇ ਹਾਂ। ਇਹ ਦਲਿਤ ਭਾਈਚਾਰਾ ਜੋ ਅੱਜ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਨ ਆਏ ਨੇ, ਇੱਕ ਗੁਹਾਰ ਲਗਾਉਣ ਆਏ ਨੇ ਵੀ ਕਿਸ ਤਰੀਕੇ ਨਾਲ ਅੱਜ ਵੀ ਦਲਿਤਾਂ ਦੇ ਨਾਲ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਹੈ। ਆਪਾਂ ਇਹਨਾਂ ਕੋਲ ਹੀ ਜਾਣਾਂਗੇ ਕਿਹੜੀ ਗੱਲ ਉੱਤੇ ਧੱਕਾ ਹੋਇਆ ਤੇ ਅੱਜ ਪ੍ਰੈਸ ਕਾਨਫਰੰਸ ਕਰਨ ਆਏ ਨੇ। ਕਿਹਾ ਇਹ ਜਾਂਦਾ ਹੈ ਵੀ ਝੋਨੇ ਦੀ ਲਵਾਈ ਨੂੰ ਲੈ ਕੇ ਰੇਟਾਂ ਨੂੰ, ਜੋ ਰੇਟ ਚੱਲ ਰਹੇ ਸੀ ਉਸ ਨੂੰ ਲੈ ਕੇ ਵੀ ਝਗੜਾ ਹੋਇਆ ਹੈ ਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਤੇ ਸਾਡੇ ਨਾਲ ਦਲਿਤ ਭਾਈਚਾਰਾ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਭੈਣ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਅਮਰਪਾਲ ਕੌਰ ਜੀ। ਪਿੰਡ ਕਿਹੜਾ? ਪਿੰਡ ਫਾਫੜੇ ਭਾਈ ਕੇ। ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਨ ਆਏ ਹੋ, ਕੀ ਹੋਇਆ ਸੀ ਤੁਹਾਡੇ ਪਤੀ ਨਾਲ? ਸਾਰਾ ਉਹ ਕੀ ਵਾਕਿਆ ਸੀ ਜੋ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਨ ਆਏ ਹੋ ਤੇ ਇੱਕ ਉਮੀਦ ਲੈ ਕੇ ਆਏ ਹੋ ਕਿ ਅੱਜ ਤੁਹਾਨੂੰ ਇਨਸਾਫ ਮਿਲੂਗਾ? ਮੇਰੇ ਪਤੀ ਨਾਲ ਹੀ ਇੱਕ ਮਜ਼ਦੂਰ ਸੀਗੇ, ਉਹ ਨਾ ਮੀਨਜ਼ ਵੀ ਕਿਸੇ ਨਾਲ ਜ਼ਿਮੀਂਦਾਰ ਨਾਲ ਸੀਰੀ ਰਲੇ ਹੋਏ ਸੀਗੇ। ਉਹ ਜਦੋਂ ਮੀਨਜ਼ ਉਹ ਹੋਇਆ ਵੀ ਉਹਨਾਂ ਦੀ ਮੀਨਜ਼ ਨਾ ਕਿਸੇ ਖੇਤ ਦੇ ਵਿੱਚ ਆਪਸੀ ਕੋਈ ਗੱਲਬਾਤ ਦੇ ਨਾਲ ਗਾਲੀ ਗਲੋਚ ਜਦੋਂ ਜ਼ਿਮੀਂਦਾਰ ਕਰਦਾ ਸੀਗਾ, ਉਹਨਾਂ ਦਾ ਝਗੜਾ ਹੋ ਗਿਆ। ਉਹ ਕਹਿੰਦੇ ਵੀ ਮੈਂ ਕੰਮ 'ਤੇ ਨਹੀਂ ਜਾਂਦਾ ਗਾ। ਮੈਂ ਚੱਲ, ਮੰਮੀ ਕਹਿੰਦੇ ਵੀ ਚੱਲ ਨਾ ਜਾਇਓ, ਵੀ ਜਦੋਂ ਵੀ ਇੰਨੀ ਆ, ਪਰ ਉਹਨਾਂ ਦੇ ਚੱਲ ਲਾ ਲਏ। ਉਹਨਾਂ ਨੇ 6 ਮਹੀਨੇ ਲਾਤੇ ਸੀ ਕੰਮ 'ਤੇ
ਜੋ 6 ਮਹੀਨੇ ਕੰਮ ਤੇ ਲਾਤੇ ਸੀਗੇ ਤੇ ਉਦੋਂ ਬਾਅਦ ਉਹਨੂੰ ਪੰਚਾਇਤ ਦੇ ਵਿੱਚ ਬੁਲਾਇਆ ਗਿਆ। ਕਹਿੰਦੇ ਵੀ ਤੂੰ ਪੈਸੇ ਵੀ ਜਾਂ ਤਾਂ ਪੈਸੇ ਦੇ ਦੇ ਵੀ ਜਾਂ ਕੋਈ ਵੀ ਉਹ ਕਰ। ਉਦੋਂ ਬਾਅਦ ਫਿਰ ਜਦੋਂ ਪੰਚਾਇਤ ਦੇ ਵਿੱਚ ਗੱਲ ਹੋਈ ਉਹ ਕਹਿੰਦੇ ਵੀ ਚੱਲ ਵੀ ਹਾੜੀ ਤੱਕ ਵੀ ਦੇ ਦਾਂਗੇ, ਵੀ 6 ਮਹੀਨੇ ਬਾਅਦ ਤੁਹਾਡੇ ਪੈਸੇ ਦੇ ਦਾਂਗੇ, ਵੀ 6 ਮਹੀਨਿਆਂ ਨੂੰ ਵੀ ਸਾਲ ਹੋ ਜੂਗਾ। ਵੀ ਜਦੋਂ 1 ਸਾਲ ਹੋ ਤੁਸੀਂ ਮਜ਼ਦੂਰੀ ਕੀਤੀ ਸੀ ਉਸ ਦੇ ਪੈਸੇ ਮੰਗਦੇ ਸੀ? ਹਾਂ ਜੀ ਪੈਸੇ ਮੰਗਦੇ ਸੀਗੇ ਜੀ, ਕਿਉਂਕਿ ਜੀ 6 ਮਹੀਨੇ ਵੀ ਲਵਾ ਲਏ ਤਾਂ ਕੁਝ ਦਿੱਤਾ ਵੀ ਨਹੀਂ ਹੈਗਾਗਾ। ਉਸ ਵਕਤ ਤੁਹਾਡੇ ਪਤੀ ਦੀ ਡੈਥ ਕਿੱਦਾਂ ਹੋ ਜਾਂਦੀ ਹੈ? ਪਿੰਡ ਵਾਲਿਆਂ ਨੇ ਤੁਹਾਡਾ ਸਾਥ ਦਿੱਤਾ? ਜੇ ਮਜ਼ਦੂਰੀ ਕੀਤੀ ਸੀ ਤਾਂ ਉਹਦੇ ਪੈਸੇ ਤਾਂ ਮਿਲਣੇ ਚਾਹੀਦੇ ਸੀ। ਸਰਪੰਚ ਨੂੰ ਗੱਲ ਰੱਖੀ? ਨਾ ਜੀ ਸਰਪੰਚ ਨੇ ਕੋਈ ਗੱਲ ਨਹੀਂ ਰੱਖੀ। ਜੋ ਸਰਪੰਚ ਨੇ ਤਾਂ ਸਾਡਾ ਸਾਥ ਕੀ ਦੇਣਾ ਸੀਗਾ, ਉਹ ਤਾਂ ਸਗੋਂ ਦੀ ਉਹਨਾਂ ਜ਼ਿਮੀਂਦਾਰਾਂ ਦਾ ਹੀ ਸਾਥ ਦੇ ਰਹੇ ਨੇ ਵੀ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਹੋਵੇ, ਵੀ ਜ਼ਿਮੀਂਦਾਰਾਂ ਵੱਲੋਂ ਵੀ ਸਾਡਾ ਮਜ਼ਦੂਰ ਭਾਈਚਾਰੇ ਨਾਲ ਉਹ ਖੜ ਨਹੀਂ ਰਿਹਾ ਸਰਪੰਚ। ਤੁਹਾਡੀ ਪਤੀ ਦੀ ਡੈਥ ਕਿਵੇਂ ਹੋ ਜਾਂਦੀ ਹੈ? ਕੀ ਉਹ ਸਾਰੀ ਘਟਨਾ ਕੀ ਹੁੰਦੀ ਹੈ? ਉਹ ਇਹ ਮੰਮੀ ਨੂੰ ਪਤਾ ਜੀ, ਇਹ ਮੰਮੀ ਨਾਲ ਗੱਲ ਕਰ ਸਕਦੇ ਹੋ। ਪਿਛਲੇ ਸਾਲ ਤੋਂ ਜੀ ਮੇਰਾ ਮੁੰਡਾ ਤੁਹਾਡਾ ਉਹ ਬੇਟਾ ਸੀ? ਇਹ ਤੁਹਾਡੀ ਨੂੰਹ ਨੇ? ਹਾਂਜੀ ਹਾਂ, ਮੇਰਾ ਬੇਟਾ ਗੁਰਪ੍ਰੀਤ ਨਾਲ ਨੌਕਰ ਸੀ ਜੀ। ਜਦੋਂ ਜੀ ਨੌਕਰ ਸੀ ਉਹ ਪਾਸੇ ਪਿੰਡ ਉਹਦੀ ਜ਼ਮੀਨ ਸੀ। ਪਾਸੇ ਪਿੰਡ ਪਹਿਲਾਂ ਤਾਂ ਉਹ ਘਰੇ ਕਹਿੰਦਾ ਪੋਚੇ ਲਾਓ ਮੇਰੇ, ਪੋਚੇ ਵਗੈਰਾ ਲਵਾ ਕੇ ਜਦੋਂ ਤੋਰਦਾ ਸੀ ਉਹ ਉੱਥੇ ਜਾ ਕੇ, ਜਦੋਂ ਮੇਰੇ ਬੇਟੇ ਤੋਂ ਕੰਮ ਨਹੀਂ, ਗਰਮੀ ਦੇ ਵਿੱਚ ਹਾੜ ਜੇਠ ਦੀਆਂ ਧੁੱਪਾਂ ਸੀ, ਜਦੋਂ ਜਾ ਕੇ ਮਾੜਾ ਮੋਟਾ ਦਮ ਸਾਂਭ ਲੈਂਦਾ ਸੀ। ਉਹਨੂੰ ਗਾਲ ਤੋਂ ਬਿਨਾਂ ਜੀ ਬੋਲਦਾ ਨਹੀਂ ਸੀ। 2-3 ਵਾਰ ਤਾਂ ਉਹਨੇ ਗਾਲ ਭੈਣ ਦੀ ਬਰਦਾਸ਼ਤ ਕਰ ਲਈ। ਤੀਜੀ ਵਾਰ ਜਦੋਂ ਹੋਇਆ ਮੈਨੂੰ ਕਹਿੰਦਾ ਮੰਮੀ ਮੈਨੂੰ ਵੀ ਦੇਖ ਗੁਰਪ੍ਰੀਤ ਗਾਲ ਦਿੰਦਾਗਾ। ਮੈਂ ਕਿਹਾ ਚੱਲ ਕੋਈ ਨਾ ਪੁੱਤ ਆਪਾਂ ਕਿਸੇ ਮੈਂਬਰ ਸਰਪੰਚ ਕੋਲੇ ਗੱਲ ਕਰਦੇ ਆਂ ਵੀ ਆਪਾਂ ਨਿਬੜ ਲਾਂਗੇ, ਕੋਈ ਗੱਲ ਨਹੀਂ। ਮੈਨੂੰ ਕਹਿੰਦਾ ਚੱਲ ਮੈਂ ਇਹਨਾਂ ਨਾਲ ਆਪ ਹੀ ਨਿਬੜੂੰਗਾ। ਹੁੰਦੀ ਜੀ ਉੱਥੋਂ 12-13 ਦਿਨ ਫੇਰ ਲੰਘੇ। 12-13 ਦਿਨ ਬਾਅਦ ਜੀ ਫੇਰ ਜਦੋਂ ਜੀਰੀ ਆਉਣ ਦਾ ਵੀ ਮੰਨ ਲਓ ਝੋਨਾ ਮਸ਼ੀਨਾਂ ਵੜਦੀਆਂ ਨੇ, ਉੱਥੋਂ ਹੋਇਆ 4-5 ਦਿਨ ਪਹਿਲਾਂ ਕੋਈ ਔਰਤਾਂ ਸੱਦ ਲਈਆਂ ਜੀ ਉਹਨੇ ਖੇਤ ਦੇ ਵਿੱਚ। ਜਦੋਂ ਔਰਤਾਂ ਸੱਦੀਆਂ ਜੀ ਉਹ ਔਰਤਾਂ ਨਾਲ ਉਹ ਗੁਰਪ੍ਰੀਤ ਦਾ ਕੋਈ ਸਪਾਰਕ ਦੀ ਜੀ, ਉਹ ਔਰਤਾਂ ਮੇਰੇ ਬੇਟੇ ਦੇ ਗਲ ਪਵਾਤੀਆਂ। ਮੇਰੇ ਬੇਟੇ ਦੇ ਗਲ ਪਵਾਈਆਂ। ਉਹਨਾਂ ਨੇ ਪਾੜ ਕੇ ਕੱਪੜਾ ਲੀੜਾ ਮੇਰੇ ਬੇਟੇ ਦੇ ਉਹ ਕਰਿਆ। 20,000 ਰੁਪਈਆ ਜਿਹੜਾ ਉਹ ਔਰਤਾਂ ਨੂੰ ਗੁਰਪ੍ਰੀਤ ਨੇ ਭਰਿਆ ਉਹ ਵੀ ਮੇਰੇ ਮੁੰਡੇ ਦੇ ਸਿਰ ਪਾਤਾ ਜੀ। ਮੇਰਾ ਮੁੰਡਾ ਮਜ਼ਦੂਰੀ ਕਰਦਾ ਸੀ ਜੀ। ਉਸ ਦੇ ਵਿੱਚ ਉਦੋਂ ਬਾਅਦ ਮੈਨੂੰ ਕਹਿੰਦਾ ਮੰਮੀ ਮੇਰੇ ਨਾਲ ਜਾ ਘਟਨਾ ਵਾਪਰ ਗਈ। ਉਦੋਂ ਬਾਅਦ ਕਹਿੰਦਾ ਚੱਲ ਮੈਂ ਕੋਈ ਨਾ ਜੀਰੀ ਵੜਵਾ ਦਾਂ। ਉਹ ਤੋਂ ਜੀਰੀ ਵੜਵਾਉਣ ਦਾ ਜੀ ਟਾਈਮ ਨਹੀਂ ਲੱਗਿਆ। ਉਹ ਜਦੋਂ ਫੇਰ ਦੁਬਾਰੇ ਫੇਰ ਭੈਣ ਦੀ ਗਾਲ ਦਿੱਤੀ, ਭਾਈ ਮੇਰੇ ਮੁੰਡਾ ਘਰ ਨੂੰ ਮੁੜਿਆ ਆ। ਜਦੋਂ ਮੇਰੇ ਘਰ ਨੂੰ ਮੁੜਿਆ ਮੈਨੂੰ ਕਹਿੰਦਾ ਮੰਮੀ ਮੈਨੂੰ ਤਾਂ ਗਾਲਾਂ ਦਿੰਦਾ ਗਾ, ਕਹਿੰਦਾ ਮੈਂ ਤਾਂ ਲੱਗਦਾ ਨਹੀਂ। ਮੈਂ ਆਖਿਆ ਚੱਲ ਕੋਈ ਗੱਲ ਨਹੀਂ, ਤੇਰੇ ਪਾਪੇ ਨੂੰ ਬੁਲਾ ਕੇ ਆਪਾਂ ਵੀ ਸਰਪੰਚ ਮੈਂਬਰ ਕੋਈ ਗੱਲਬਾਤ ਕਰਦੇ ਆ। ਉੱਥੋਂ ਹੋਇਆ ਚਲੋ ਸਰਪੰਚ ਦੇ ਘਰ ਇਕੱਠ ਹੋ ਗਿਆ। ਕਹਿੰਦੇ ਵੀ ਤੁਸੀਂ 6 ਮਹੀਨਿਆਂ ਨੂੰ ਸਾਨੂੰ ਪੈਸੇ ਦੇ ਦਿਓ। ਅਸੀਂ ਕਿਹਾ ਵੀ 6 ਮਹੀਨਿਆਂ ਨੂੰ ਪੈਸੇ ਦੇਵਾਂਗੇ। ਉਹ ਕਹਿੰਦੇ ਸਾਨੂੰ ਹੁਣੀ ਦਿਓ। ਅਸੀਂ ਕਿਹਾ ਜੀ ਹੁਣ ਤਾਂ ਅਸੀਂ ਗਰੀਬ ਆ ਵੀ ਕਿਸ ਚੀਜ਼ ਦੇ ਪੈਸੇ ਮੰਗਦੇ ਸੀ? ਮਜ਼ਦੂਰੀ ਤੁਸੀਂ ਲੈਣੇ? ਪੈਸੇ ਮੰਗਦੇ ਸੀ ਜੀ। ਅਸੀਂ ਜਿਹੜੇ ਰਲਿਆ ਸੀ ਉਸ ਦਾ ਸਾਨੂੰ ਉਹਨੇ 82,000 ਚ ਰਲਾਇਆ ਸੀ ਜੀ। ਉੱਥੋਂ ਬਾਅਦ ਉਹ ਜਿੰਨੇ ਜਿਹੜੇ 5 ਮਹੀਨਿਆਂ ਦੇ ਪੈਸੇ ਪੂਰੇ ਹੋ ਚੁੱਕੇ ਸੀ ਨਾ ਤਾਂ ਸਾਡੇ ਉਹ ਕੱਟੇ, ਜਿਹੜੇ ਸਾਡੇ ਕਨੀ ਵੱਧਦੇ ਸੀ ਜੀ ਉਹ ਪੈਸਾ ਮੰਗ ਰਿਹਾ ਸੀ ਸਾਤੋਂ ਵੀ ਤੁਸੀਂ ਮੇਰੇ ਲਾ ਨਹੀਂ ਰਹੇ 5 ਮਹੀਨੇ ਜਿਹੜੇ ਸੀ ਰਹਿ ਗਏ, ਵੀ ਤੁਸੀਂ ਉਹ ਜਾਂ ਤਾਂ ਮੇਰੇ ਪੈਸੇ ਦਿਓ ਜਾਂ ਮੇਰੇ 6 ਮਹੀਨੇ 1 ਜੇਠ ਤੱਕ ਤੁਸੀਂ ਕੰਮ ਤੇ ਲਾਓ। ਜਦੋਂ ਉੱਥੋਂ ਹੁੰਦੀ ਜੀ ਉਸ ਤੋਂ ਅਸੀਂ ਕਿਹਾ ਵੀ ਸਾਡੇ ਕੋਲੇ ਪੈਸੇ ਹੈ ਹੀ ਨਹੀਂ ਗਏ। ਉਸ ਤੋਂ ਬਾਅਦ ਕੀ ਹੋਇਆ ਜੀ 1 ਜੇਠ ਤੋਂ ਬਾਅਦ ਜਦੋਂ ਘਰ ਨੂੰ ਆਉਂਦੇ ਨੇ, ਘਰੇ ਆ ਕੇ ਵੀ ਗੁਰਪ੍ਰੀਤ ਜਿਹੜਾ ਨਾਲ ਗਵਾਹ ਸੀ ਉਹਨੂੰ ਲਿਜਾ ਕੇ ਸਾਡੇ ਘਰੇ ਵੀ ਧਮਕੀ ਮਾਰ ਕੇ ਗਿਆ। ਕਹਿੰਦਾ ਪੈਸੇ ਦਿਓ। ਉਹ ਕਿ ਮੇਰਾ ਮੁੰਡਾ ਕਹਿੰਦਾ ਜੀ ਹਲੇ ਸਾਡੇ ਕੋਲ ਪੈਸੇ ਕੋਈ ਨਹੀਂ, ਵੀ ਅਸੀਂ ਜੀਰੀ ਜੂਰੀ ਲਾ ਕੇ ਦੇਵਾਂਗੇ। ਕਹਿੰਦਾ ਪੈਸੇ ਦੇ, ਤਰੀਕ ਦੇ। ਉਹ ਕਹਿੰਦਾ ਤਰੀਕ ਤਾਂ ਜੀ ਮੈਂ ਤਾਂ ਦੇਵਾਂ ਜੇ ਮੇਰੇ ਕੋਲ ਰੁਪਈਏ ਹੋਣ, ਫੇਰ ਹੀ ਮੈਂ ਤੁਹਾਨੂੰ ਤਰੀਕ ਦੇਵਾਂ। ਅੱਜ ਤਾਂ ਉਹੀ ਖਾਂਦੇ ਆ ਤੇ ਉਹੀ ਪਕਾਉਂਦੇ ਆ। ਕਹਿੰਦਾ ਨਾ ਜੀ ਤਰੀਕ ਦੇ। ਚਲ ਭਾਈ ਮੇਰਾ ਬੇਟਾ ਥੋੜਾ ਜਿਹਾ ਰੁੱਖਾ ਹੋ ਗਿਆ। ਕਹਿੰਦਾ ਵੀ ਕਿਵੇਂ ਦੇਵਾਂ ਮੈਂ ਤੈਨੂੰ ਪੈਸੇ ਜਦੋਂ ਮੇਰੇ ਕੋਲ ਪੈਸੇ ਹੈ ਹੀ ਨਹੀਂ। ਕਹਿੰਦਾ ਚੱਲ ਕੋਈ ਗੱਲ ਨਹੀਂ, ਕਹਿੰਦਾ ਤਰੀਕ ਹੀ ਦੱਸੂਗੀ। ਉਦੋਂ ਬਾਅਦ ਚ ਜੀ 2-4 ਦਿਨਾਂ ਬਾਅਦ ਉਹਨੇ ਨੋਸਟ ਕਢਵਾਤੀ। ਨਾਲੇ ਉਹਦੇ ਬਾਪ ਤੇ ਕਢਵਾਤਾ, ਨਾਲੇ ਮੇਰੇ ਬੇਟੇ ਤੇ ਕਢਵਾਤਾ। ਉਹ ਆਉਣ ਵਾਲੀ 15 ਤਰੀਕ ਦੇਤੀ ਸੀ। 2 ਲੱਖ ਰੁਪਏ ਦਾ ਨੋਸਟ ਕਢਵਾਤਾ। ਜਿਹੜੇ ਵੀ ਸਮਝ ਮੇਰੇ ਪਤੀ ਤੋਂ ਉਹਨਾਂ ਨੇ ਮੇਰੇ ਬੇਟੇ ਦੀ ਜ਼ਿੰਮੇਵਾਰੀ ਲੈ ਕੇ 2 ਵਿਸਵੇ ਆਪਦੀ ਸਾਥੋਂ ਜਗ੍ਹਾ ਨਾ ਕਰਵਾ ਰਹੇ ਸੀ ਆਪਦੀ, ਵੀ ਤੁਸੀਂ ਜੇ ਤਾਂ ਸਾਨੂੰ ਪੈਸੇ ਦਿਓ, ਨਹੀਂ ਸਾਨੂੰ ਤੁਸੀਂ ਇਹ ਥਾਂ ਨਾ ਲਵਾਇਓ। ਜੋ ਤੋਂ ਜਦੋਂ ਤਰੀਕ ਆ ਗਈ ਉਦੋਂ ਬਾਅਦ ਕਚਹਿਰੀਆਂ 'ਚ ਉਹਨਾਂ ਨੇ ਸਟਾਂਪ ਭੇਜਤੇ, ਜਦੋਂ ਨੋਸਟ ਭੇਜਤੇ ਮੇਰੇ ਘਰ ਵਾਲ ਆ ਗਏ। ਅਸੀਂ ਬਾਰ ਦੇ ਵਿੱਚ ਬੈਠੇ ਆ। ਸਾਡੇ ਘਰੇ ਜਦੋਂ ਨੋਸਟ ਆ ਗਏ ਲੈ ਕੇ ਆ ਗਏ ਨੋਸਟ। ਅਸੀਂ ਕਿਹਾ ਵੀ ਨੋਸਟ ਵੀ ਇਹ ਕਾਹਦੇ ਜੀ? ਉਹ ਕਹਿੰਦੇ ਜੀ ਤੁਹਾਡਾ ਗੁਰਪ੍ਰੀਤ ਨਾਲ ਝਗੜਾ ਗਾ ਵੀ ਉਹਦੇ ਵਾਸਤੇ ਆਏ ਨੇ। ਜਦੋਂ ਅਸੀਂ ਪੜ੍ਹ ਕੇ ਅਸੀਂ ਦੇਖਿਆ ਵੀ ਇਹ ਨੋਸਟ ਤਾਂ ਆਏ ਨੇ। ਚਲੋ ਜੀ ਅਸੀਂ ਜਮਾਂ ਅਨਪੜ੍ਹ ਪਰਿਵਾਰ ਆ, ਸਾਨੂੰ ਕੋਈ ਇੰਨਾ ਪਤਾ ਨਹੀਂ ਸੀ, ਸਾਨੂੰ ਕੋਈ ਉਹ ਨਹੀਂ, ਸਾਨੂੰ ਆਏ ਹੋ ਗਿਆ ਵੀ ਚੱਲ ਕੋਈ ਗੱਲ ਨਹੀਂ ਵੀ ਨਿਬੜਦੇ ਆ। ਚਲੋ ਜੀ ਮੈਂ ਮੈਂਬਰਾਂ ਕੋਲੇ 2-3 ਕੋਲੇ ਵੀ ਗੱਲ ਕਰੀ। ਮੈਂ ਜਿਹੜੇ ਉਹਦੇ ਗਵਾਹ ਸੀ ਉਹਨਾਂ ਨੂੰ ਵੀ ਫੋਨ ਵਗੈਰਾ ਲਾਉਂਦੀ ਰਹੀ ਜੀ। ਮੇਰੀ ਕਿਸੇ ਨੇ ਫਰਮਾਇਸ਼ ਨਾ ਸੁਣੀ। ਅਖੀਰੀ ਤੇ ਜੀ
ਜਦੋਂ 15 ਤਰੀਕ ਆ ਚੁੱਕੀ ਮੈਨੂੰ ਕਹਿੰਦਾ ਮੰਮੀ ਕਿਵੇਂ ਕਰਾਂਗੇ ਗੁਰਪ੍ਰੀਤ ਦਾ। ਮੈਂ ਕਿਹਾ ਕੋਈ ਨਾ ਆਪਾਂ ਜੀਰੀ ਦਾ ਹਿਸਾਬ ਕਿਤਾਬ ਕਰਾ ਲਿਆ, ਆਪਾਂ ਉਦੋਂ ਨਿਬੜ ਲਾਂਗੇ। ਉਹ ਜੀਰੀ ਵਾਲਾ ਪੈਸਾ ਜੀ ਕਿਉਂ ਗਰੀਬੀ ਤੀ ਘਰੇ ਵਿੱਚ ਚੱਲ ਚੁੱਲ ਗਏ। ਸਾਡੇ ਕੋਲੇ ਬਚਾ ਸਿਰਫ ਜੀ 10-12 ਹਜ਼ਾਰ ਰੁਪਈਆ। ਉਹ ਕਹਿੰਦੇ ਜੀ ਉਹ ਤਾਂ 10-12 ਹਜ਼ਾਰ ਰੁਪਈਆ ਲੈਂਦੀ ਨਹੀਂ, ਪੂਰੇ ਦੇ ਪੂਰੇ ਪੈਸੇ ਲੈਣਗੇ। ਚਲੋ ਮੇਰਾ ਮੁੰਡਾ ਕਹਿੰਦਾ ਹੁਣ ਮੰਮੀ ਕਿਵੇਂ ਕਰਾਂਗੇ। ਮੈਂ ਕਿਹਾ ਜੀ ਉਹਦੀ ਤਰੀਕ ਆ ਪੁੱਤ, ਮੈਂ ਕਿਹਾ 15 ਤਰੀਕ ਆ, ਹੁਣ ਉਹਦੀ ਕੋਈ ਨਾ ਆਪਾਂ ਤਰੀਕ ਤੇ ਨਿਬੜਦੇ ਆ। ਸਾਨੂੰ ਨਹੀਂ ਪਤਾ ਜੀ ਉਹ ਕਿੱਥੋਂ ਲਿਆਇਆ ਕਿੱਥੋਂ ਨਾ ਲਿਆਇਆ। ਆਉਣ ਵਾਲੀ 15 ਤਰੀਕ ਨੂੰ ਆਥਣ ਨੂੰ ਉਹਨੇ ਆ ਘਟਨਾ ਵਾਪਰਤੀ। ਕਹਿੰਦਾ ਲੈ ਗੁਰਪ੍ਰੀਤ ਹੁਣ ਲੈ ਲੈ ਮੈਥੋਂ ਪੈਸੇ। ਗੁਰਪ੍ਰੀਤ ਤੋਂ ਆ ਕੇ ਤੰਗ ਹੋ ਕੇ ਜੀ ਉਹਨੇ ਇਹ ਕਦਮ ਚੱਕਿਆ ਗਾ। ਸਾਈਡ ਕਰ ਲਿਆ। ਹਾਂਜੀ ਉਦੋਂ ਬਾਅਦ ਬਸ ਘਰੋਂ ਚੱਕਿਆ ਗਿਆ, ਕੋਈ ਉਹਦੇ ਬਿਆਨ ਨਹੀਂ ਕੋਈ ਵਗੈਰਾ ਨਹੀਂ ਜੀ, ਜਮਾਂ ਗੁੰਮ ਹੋ ਗਿਆ ਸੀ ਉਹ। ਤੇ ਹੁਣ ਜੋ ਪੈਸੇ ਤੁਹਾਡੇ ਕੋਲ ਡਿਮਾਂਡ ਹੋ ਰਹੀ ਸੀ, ਜੋ ਤੁਸੀਂ ਤੁਹਾਨੂੰ ਕਹਿੰਦੇ ਪੈਸੇ ਦਿਓ, ਕਿਸ ਚੀਜ਼ ਦੇ ਪੈਸੇ ਲੈਣੇ ਸੀ? ਮੇਰਾ ਇਹ ਵੀ ਸਵਾਲ ਹੈ ਕਿ ਪੈਸੇ ਤੁਸੀਂ ਲੈਣੇ ਸੀ ਨਾ, ਕੰਮ ਤਾਂ ਤੁਸੀਂ ਖੇਤਾਂ 'ਚ ਕੀਤਾ ਸੀ। ਉਹ ਕੰਮ ਤਾਂ ਜੀ ਅਸੀਂ ਖੇਤਾਂ 'ਚ ਕੀਤਾ ਸੀ। ਉਹ ਪਤਾ ਕੀ ਹੁੰਦਾ ਜੀ, ਜਿਹੜੇ ਸਾਡੇ ਮਜ਼ਦੂਰ ਰੱਖਦੇ ਆ ਜੀ ਅਸੀਂ, ਉਹ ਸਾਨੂੰ ਸਾਲ ਦੇ ਪੈਸੇ ਇਕੱਠੇ ਦੇ ਦਿੰਦੇ ਨੇ। ਜਦੋਂ ਇਕੱਠੇ ਪੈਸੇ ਦੇ ਦਿੰਦੇ ਨੇ ਜੀ 6 ਮਹੀਨੇ ਤਾਂ ਸਾਡੇ ਲੱਗ ਚੁੱਕੇ ਸੀ, ਉਹ ਸਾਡਾ ਪੈਸਾ ਕੱਟਿਆ ਨਹੀਂ ਸੀ। ਜਿਹੜਾ ਪੈਸਾ ਉਹਨਾਂ ਦਾ ਬਚਦਾ ਸੀ ਉਹ ਕਹਿੰਦੇ ਸੀ ਵੀ ਸਾਨੂੰ ਵਾਪਸ ਦਿਓ। ਜਿਹੜਾ ਉਹਨਾਂ ਦਾ ਪੈਸਾ ਬਚਿਆ ਸੀ ਬਚਿਆ ਸੀ ਹਾਂਜੀ, ਬਚਦਾ ਕੁਝ ਵੀ ਨਹੀਂ ਸੀ ਜੀ ਉਹਨਾਂ ਦਾ। ਸਾਰਾ ਉਹਨਾਂ ਦਾ 30-35 ਹਜ਼ਾਰ ਰੁਪਇਆ ਬਚਦਾ ਵੀ ਸੀ ਤੇ ਬਸ ਉਹਨਾਂ ਨੇ ਤਾਂ ਸਾਰਾ ਜੋੜ ਕਰਕੇ 2 ਰੁਪਇਆ ਵਿਆਜ ਦਾ ਉੱਤੇ ਲਾ ਕੇ ਜੀ ਤੇ ਬਹੁਤ ਰੁਪਏ ਕੱਢਤੇ ਸੀ ਜੀ, ਉਹਨੇ ਨੋਸਟ ਕਢਵਾਤੇ। ਤੇ ਹੁਣ ਤੁਹਾਡੇ ਜੋ ਬੇਟੇ ਦੀ ਡੈੱਡ ਬੋਡੀ ਹਸਪਤਾਲ ਵਿੱਚ ਹੀ ਹੈ। ਹਾਂਜੀ ਉਹ ਹਸਪਤਾਲ ਵਿੱਚ ਹੀ ਪਈ ਹੈ। ਦੇਖ ਤੇ ਦਿਨਾਂ ਤੱਕ ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜੀ। ਉਹਨਾਂ 'ਚ ਅਸੀਂ ਡੈੱਡ ਬੋਡੀ ਵੀ ਚੱਕਦੇ ਨਹੀਂ ਹੈਗੇ, ਕੋਈ ਸਾਨੂੰ ਇਨਸਾਫ ਮਿਲਿਆ। ਛੋਟੇ ਛੋਟੇ ਬੱਚੇ ਨੇ ਬਸ ਤੇ ਭਿੱਖੀ ਦੇ ਬਾਹਰ 'ਚ ਅਸੀਂ ਧਰਨਾ ਲਾਈ ਬੈਠੇ ਆ, ਕੋਈ ਸਾਡੀ ਪ੍ਰਸ਼ਾਸਨ ਗੱਲ ਨਹੀਂ ਸੁਣ ਰਹੀ। ਇੱਕ ਹੋਰ ਵੀ ਕੇਸ ਹੈਗਾ ਇਹਨਾਂ ਦਾ ਵੀ, ਇਹ ਵੀ ਦਲਿਤ ਹੈਗੇ ਨੇ। ਭਾਈ ਤੁਹਾਡਾ ਨਾਮ ਕੀ ਹੈ? ਹਿੰਮਤ ਸਿੰਘ ਹੈ ਜੀ ਮੇਰਾ ਨਾਮ। ਪਿੰਡ ਕਿਹੜਾ? ਪਿੰਡ ਮੱਤੇ, ਜ਼ਿਲ੍ਹਾ ਮਾਨਸਾ ਜੀ ਮੇਰਾ। ਤੁਸੀਂ ਹੁਣ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਤੁਹਾਨੂੰ ਵੀ ਕੁੱਟਿਆ ਗਿਆ, ਕਿਹਨਾਂ ਨੇ ਕੁੱਟਿਆ ਤੁਹਾਨੂੰ? ਸਾਡੇ ਮੇਰੇ ਵਾਈਫ ਨੇ ਜੀ ਇਸ ਝੋਨੇ ਦੀ ਲਵਾਈ ਵਾਸਤੇ ਸਾਨੂੰ ਪੰਚਾਇਤ 'ਚ ਬੁਲਾਇਆ ਗਿਆ। ਸਾਰੀਆਂ ਪਾਰਟੀਆਂ ਨੂੰ ਬੁਲਾਇਆ ਗਿਆ ਜੀ। ਉੱਥੋਂ ਉਹ ਕਹਿਣ ਲੱਗੇ ਵੀ ਆਪਾਂ ਝੋਨੇ ਦਾ ਰੇਟ ਤੈਅ ਕਰ ਲੈਂਦੇ ਹਾਂ, ਵੀ ਇੱਥੇ ਆ ਜਾਓ ਤੁਸੀਂ ਸਾਰੇ ਜਣੇ। ਤੇ ਅਸੀਂ ਉੱਥੇ ਚਲੇ ਗਏ ਜੀ। ਉਦੋਂ ਬਾਅਦ 'ਚ ਉਹਨਾਂ ਨੇ ਕੀ ਕੀਤਾ, ਬੁਲਾਉਣ ਤੋਂ ਬਾਅਦ 'ਚ ਸਾਨੂੰ ਕਮਰੇ 'ਚ ਅੰਦਰ ਲੈ ਗਏ ਤੇ ਉੱਥੇ ਜ਼ਿਮੀਂਦਾਰ ਸੀ ਜਿਹੜੇ ਸਾਰੇ ਉਹ ਬੈਠੇ ਸੀਗੇ ਸੋਫੇ ਤੇ ਕੁਰਸੀਆਂ ਤੇ। ਸਾਨੂੰ ਨੀਚੇ ਬਿਠਾਇਆ ਗਿਆ। ਸਾਨੂੰ ਨੀਚੇ ਬਿਠਾਉਣ ਤੋਂ ਬਾਅਦ 'ਚ ਉਹਨਾਂ ਨੇ ਪੁੱਛਿਆ ਵੀ ਤੁਸੀਂ ਸਵਾਲ ਰੱਖੋ, ਤੁਹਾਡਾ ਕੀ ਹੈ? ਅਸੀਂ ਕਿਹਾ ਵੀ ਤੁਹਾਨੂੰ ਪਤਾ ਹੀ ਹੈ ਵੀ ਸਵਾਲ ਕੀ ਹੈ, ਝੋਨੇ ਲਵਾਈ ਵਾਸਤੇ ਤੁਸੀਂ ਬੁਲਾਏ ਵੀ ਤੁਸੀਂ ਦੱਸ ਦਿਓ। ਉਹ ਕਹਿਣ ਲੱਗੇ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੋਗੇ। ਅਸੀਂ ਆਖਿਆ ਪਿਛਲੇ ਸਾਲ ਤੁਸੀਂ ਨੇ ਲੋਕਡਾਊਨ ਵੇਲੇ 3500 ਰੁਪਇਆ ਰੇਟ ਦਿੱਤਾ ਸੀਗਾ, ਆਪਣੇ ਆਪ ਹੀ ਰੇਟ ਤੈਅ ਕੀਤਾ ਸੀਗਾ ਵੀ ਸਾਨੂੰ ਉਹੀ ਰੇਟ ਦੇ ਦਿਓ, ਅਸੀਂ ਝੋਨਾ ਲਾਉਂਦੇ ਹੋ ਜਾਾਂਗੇ, ਕੰਮ ਤੇ ਜਾਂਦੇ ਹੋ ਜਾਾਂਗੇ। ਉਹ ਕਹਿਣ ਲੱਗੇ ਵੀ ਅਸੀਂ ਤਾਂ ਰੇਟ ਦਿੰਦੇ ਨਹੀਂ ਹੈਗੇ। ਜ਼ਿਮੀਂਦਾਰ ਕਹਿੰਦੇ ਵੀ ਅਸੀਂ ਤਾਂ 2800 ਰੁਪਇਆ ਦੇਵਾਂਗੇ, ਲਾਉਣਾ ਲਾਓ, ਨਹੀਂ ਲਾਉਣਾ ਤੁਹਾਡੀ ਮਰਜ਼ੀ, ਨਹੀਂ ਜਾਓ। ਅਸੀਂ ਜੀ ਉਹਨਾਂ ਨੂੰ ਇੰਨੀਆਂ ਗੱਲਾਂ ਸੁਣਦੇ ਸੁਣਦੇ ਰੌਲਾ ਪੈ ਗਿਆ। ਅਸੀਂ ਆਪਾਂ ਆਪਣੇ ਘਰਾਂ ਚੱਲ ਗਏ। ਇਹ ਮੇਰੇ ਘਰ ਦੇ ਨੇ ਜੀ ਖੜੇ ਸੀਗੇ, ਮੇਰੀ ਮੈਡਮ ਉੱਥੇ 2-3 ਬੁੜੀਆਂ ਨਾਲ ਹੋਰ ਵੀ ਖੜੀਆਂ ਸੀਗੀਆਂ। ਬਾਕੀ ਸਾਰੇ ਜ਼ਿਮੀਂਦਾਰ ਖੜੇ ਸੀਗੇ ਜੀ ਉੱਥੇ, ਹੋਣਗੇ ਤਕਰੀਬਨ 60-70 ਜ਼ਿਮੀਂਦਾਰ ਹੋਣਗੇ। ਉਹ ਖੜੇ ਸੀਗੇ। ਉਹ ਗੋਰਾ ਸਿੰਘ ਜੀ ਪੰਚ ਹੈਗਾ, ਉਹਦੇ ਘਰ ਦੇ ਪੰਚ ਨੇਗੇ, ਮੌਜੂਦਾ ਪੰਚ ਨੇ ਉਹਦੇ ਘਰ ਦੇ, ਆਪ ਤਾਂ ਹੈ ਨਹੀਂ, ਮਤਲਬ ਕਿ ਪੰਚਾਇਤ 'ਚੋਂ ਆਪ ਆਉਂਦੇ ਹੈਗੇ ਉੱਥੇ। ਤੇ ਉਹ ਬੈਠੇ ਸੀਗੇ, ਕਹਿਣ ਲੱਗੇ ਵੀ ਉਹਨਾਂ ਨੂੰ ਵੀ ਬਾਬਾ ਤੁਸੀਂ ਆਪਣੇ ਝੋਨਾ ਲਵਾਈ ਜਾਂਦੇ ਹੋ 3500 ਰੁਪਏ ਤੇ, ਵੀ ਤੁਹਾਡੇ ਪਾਰਟੀ ਗਈ ਹੈ, ਵੀ ਸਾਨੂੰ ਵੀ ਝੋਨਾ ਲਾ ਲੈਣ ਦਿਓ। ਉਹਨਾਂ ਨੇ ਜੀ ਕੁਛ ਨਹੀਂ ਸੁਣਿਆ। ਪਹਿਲਾਂ ਤਾਂ ਉਹਨਾਂ ਨੇ ਇੱਟ ਚੱਕੀ, ਇੱਟ ਤਾਂ ਮੰਗ ਰਹੀ ਜ਼ਿਮੀਂਦਾਰਾਂ ਦੇ ਮੁੰਡਿਆਂ ਨੇ ਫੜ ਲਈ। ਜਦੋਂ ਇੱਟ ਫੜ ਲਈ ਉਦੋਂ ਬਾਅਦ ਉਹਨਾਂ ਨੇ ਉੱਤੋਂ ਦੀ ਹੋ ਕੇ ਦੂਜੇ ਮੁੰਡਿਆਂ ਦੇ ਥੱਪੜ ਮਾਰਿਆ ਜੀ। ਆਹ ਇੱਕ ਤੋਂ ਕੱਪੜੇ ਕੁਪੜੇ ਪਾਟ ਕੇ ਕੁਛ ਨਹੀਂ ਹੋ ਕੀਤਾ ਜੀ। ਉਹਨਾਂ ਨੇ ਰੌਲਾ ਪੈ ਗਿਆ ਵੀ ਕੁੱਟਮਾਰ। ਸਾਨੂੰ ਫੋਨ ਗਿਆ ਵੀ ਆਪਣੀ ਬੁੜੀਆਂ ਨੂੰ ਕੁੱਟੀ ਜਾਂਦੇ ਜੀ। ਅਸੀਂ ਘਰਾਂ 'ਚ ਉੱਡ ਕੇ ਆਏ ਜਰਕਦੇ ਨੇ, ਆਉਂਦਿਆਂ ਨੂੰ ਸਾਡੇ ਜੀ ਉਹਨੂੰ ਪਰਾਂ ਕਰਤਾ, ਨਖੇੜਤਾ। ਅਸੀਂ ਕੁਛ ਨਹੀਂ ਕੀਤਾ ਸੀਗਾ। ਇਹਨਾਂ ਕਹਿਣ ਲੱਗੇ ਵੀ ਇਕੱਠੇ ਹੋ ਕੇ ਵੀ ਚਲੋ ਆਪਾਂ ਥਾਣੇ ਚੱਲਦੇ, ਵੀ ਇਹਨਾਂ ਨੇ ਗਲਤੀ ਕੀਤਾ, ਵੀ ਆਪਾਂ ਕਿਹੜਾ ਵੀ ਇਹਨਾਂ ਨੇ ਕੋਈ ਧੱਕਾ ਕੀਤਾ ਸੀਗਾ। ਅਸੀਂ ਥਾਣੇ 'ਚ ਗਏ 2 ਘੰਟੇ ਤਕਰੀਬਨ ਥਾਣੇ ਬੈਠੇ ਰਹੇ, ਸਾਡੀ ਕੋਈ ਸੁਣਵਾਈ ਨਾ ਕੀਤੀ। ਉਦੋਂ ਬਾਅਦ ਅਸੀਂ ਭਗਵੰਤ ਸਮਾਉਜੀਆਂ ਨੂੰ ਬੁਲਾਇਆ ਜੀ। ਉਹਨਾਂ ਨੇ ਆ ਕੇ ਸਾਡਾ ਐਪਲੀਕੇਸ਼ਨ ਦਿੱਤਾ। ਐਪਲੀਕੇਸ਼ਨ ਦੇਣ ਤੋਂ ਬਾਅਦ 'ਚ ਉਹਨਾਂ ਨੇ ਜੀ ਚਲੋ ਜਿਹੜੀ ਕਾਰਵਾਈ ਸੀ ਉਹ ਕਹਿੰਦੇ ਵੀ ਅਸੀਂ ਕਰਕੇ ਦੇਵਾਂਗੇ ਤੁਹਾਨੂੰ। ਕਾਰਵਾਈ ਉਹਨਾਂ ਨੇ ਕੀਤੀ। ਅਸੀਂ ਤੀਸਰੇ ਦਿਨ 19 ਤਰੀਕ ਨੂੰ ਦੁਬਾਰੇ ਧਰਨਾ ਰੱਖਤਾ ਵੀ ਸਾਨੂੰ ਦੱਸੋ ਜੀ ਕੀ ਕੀਤਾ ਤੁਸੀਂ ਥਾਣੇ 'ਚ ਕਿਹਾ। ਉਹਨਾਂ ਨੇ ਜੀ ਉਹਦੇ ਉੱਤੇ ਪਰਚਾ ਪਾਇਆ ਬੰਦੇ ਤੇ, ਉਹਨੂੰ ਅਰੈਸਟ ਨਹੀਂ ਕੀਤਾ ਹੈਗਾ। ਉਹਨੂੰ ਕਹਿਤਾ ਵੀ ਤੂੰ ਮੌਜ ਨਾਲ ਬਾਹਰ ਫਿਰਦਾ ਰਹਿ, ਇਹ ਤੇਰਾ ਕੁਛ ਨਹੀਂ ਕਰ ਸਕਦੇ। ਪ੍ਰਸ਼ਾਸਨ ਕਹਿੰਦਾ ਵੀ ਆਪਣੀ ਜ਼ਮਾਨਤ ਲਵਾ ਲਈ, ਵੀ ਇਹਨਾਂ ਨੂੰ ਅਸੀਂ ਲਾਰਿਆਂ 'ਚ ਰੱਖਾਂਗੇ। ਸਾਥੋਂ ਪ੍ਰਸ਼ਾਸਨ ਨੇ ਜੀ 12 ਦਿਨ ਮੰਗ ਲਏ। ਕਹਿੰਦੇ 12 ਦਿਨਾਂ 'ਚ ਅਸੀਂ ਵੀ ਜਿਹੜੀ ਬਣਦੀ ਕਾਰਵਾਈ ਹੈ, ਸਰਪੰਚ ਤੇ ਵੀ ਬਣਦੀ ਕਾਰਵਾਈ ਸਾਨੂੰ ਕਰਕੇ ਦੇਵਾਂਗੇ ਅਸੀਂ। ਤੇ ਵੀ ਅਸੀਂ ਆਖਿਆ ਵੀ ਸਰਪੰਚ ਇਸ ਕੰਮ ਦੇ ਪੂਰੇ ਦੋਸ਼ੀ ਨੇ। ਜਦੋਂ ਉਹਨੇ ਸਾਨੂੰ ਘਰੇ ਬੁਲਾ ਕੇ ਜਲੀਲ ਕੀਤਾ ਵੀ ਉਹਨਾਂ ਤੇ ਬਣਦੀ ਕਾਰਵਾਈ ਸਾਨੂੰ ਦਿਓ। ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖੀ ਜੀ। ਤੁਸੀਂ ਹੁਣ ਜਿਵੇਂ ਝੋਨੇ ਲਵਾਈ ਦੀ ਗੱਲ ਕਰ ਰਹੇ ਹੋ, ਹੁਣ ਕਿੰਨੇ ਪੈਸੇ ਦੀ ਤੁਸੀਂ ਮੰਗ ਰੱਖੀ ਸੀ ਸਰਪੰਚ ਅੱਗੇ? ਅਸੀਂ 3500 ਰੁਪਏ ਦੀ ਮੰਗ ਰੱਖੀ ਸੀ ਜੀ। ਉਹ ਕਿੰਨੇ ਕਹਿੰਦੇ ਸੀ ਵੀ ਕਿੰਨੇ ਪੈਸੇ ਦਾ? ਉਹ 2800 ਰੁਪਏ ਕਹਿੰਦੇ ਸੀਗੇ ਜੀ। ਸਰਪੰਚ ਨੇ ਸਾਨੂੰ ਕਹਿੰਦੇ ਵੀ ਰੋਟੀ ਆਪਣੀ ਲਿਆਇਆ ਕਰੋ ਘਰੋਂ ਤੇ 2800 ਰੁਪਏ ਦੇਵਾਂਗੇ। ਪਿਛਲੇ ਸਾਲ ਕਿੰਨੀ ਪੈਸੇ ਮਿਲੇ ਸੀ? 3500 ਰੁਪਏ ਜੀ ਪਿਛਲੇ ਸਾਲ। ਹਾਂਜੀ 3500 ਰੁਪਏ ਜੀ।
3500 ਰੁਪਏ ਤਾਂ ਅਸੀਂ ਪਿਛਲੇ ਸਾਲ ਸਾਡੇ 3500 ਰੁਪਏ ਆਪ ਹੀ ਜ਼ਿਮੀਂਦਾਰਾਂ ਨੇ ਤੈਅ ਕੀਤਾ ਸੀਗਾ ਜੀ। ਐਤਕੀ ਵਾਰੀ ਉਹ ਕਹਿੰਦੇ ਰੌਲਾ ਪਾ ਲਿਆ, ਅੱਧਾ ਝੋਨਾ ਲਵਾ ਲਿਆ ਸੀਗਾ ਸਾਥੋਂ ਨੇ। ਜਦੋਂ ਰੌਲਾ ਪਾਇਆ ਅਸੀਂ 4 ਤਰੀਕ ਤੋਂ ਝੋਨਾ ਲਾਉਣ ਲੱਗੇ ਸੀ, 15 ਤਰੀਕ ਨੂੰ ਉਹਨਾਂ ਨੇ ਰੌਲਾ ਪਾ ਲਿਆ, 16 ਤਰੀਕ ਨੂੰ ਹੀ ਸਾਡੇ ਨਾਲ ਇਹ ਘਟਨਾ ਵਾਪਰ ਗਈ। ਜਦੋਂ ਪੈਸੇ ਮਿਲ ਗਏ ਜਿੰਨਾ ਤੁਸੀਂ ਝੋਨਾ ਲਾਇਆ? ਸਾਨੂੰ ਕੋਈ ਪੈਸਾ ਨਹੀਂ ਦਿੱਤਾ, ਜਿਹਦੇ ਅਸੀਂ ਪੈਸੇ ਜਾਣਦੇ ਜ਼ਿਮੀਂਦਾਰਾਂ ਦੇ। ਹਾਲਾਂਕਿ ਸਾਨੂੰ ਇਹ ਕਹਿੰਦੇ ਵੀ ਜਿੱਥੇ ਤੁਸੀਂ ਜਾਣਾ ਜਾਓ, ਜਿਹੜਾ ਜ਼ੋਰ ਲਾਉਣਾ ਲਾ ਲਓ, ਅਸੀਂ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇਵਾਂਗੇ। ਤਾਂ ਤੁਸੀਂ ਸਾਡੇ ਜ਼ਿਮੀਂਦਾਰ ਭਾਈ ਤੇ ਪਰਚਾ ਪਵਾਇਆ ਹੈ, ਸਾਡੀ ਸਰਪੰਚ ਨੂੰ ਤੁਸੀਂ ਪਰਚੇ ਸ਼ਾਮਲ ਕਰਨ ਨੂੰ ਫਿਰਦੇ ਹੋ, ਅਸੀਂ ਤੁਹਾਨੂੰ ਕੋਈ ਪੈਸਾ ਨਹੀਂ ਦੇਵਾਂਗੇ, ਜਿੰਨਾ ਜ਼ੋਰ ਲੱਗਦਾ ਲਾ ਲਓ। ਉਹ ਪੈਸੇ ਵੀ ਇਕੱਠੇ ਕਰੀ ਜਾਂਦੇ ਜੀ, 500 ਰੁਪਏ ਕਹਿੰਦੇ ਅਸੀਂ ਆਪਣੇ ਘਰਾਂ 'ਚ ਪੈਸੇ ਪਾ ਕੇ ਇਹ ਕੇਸ ਲੜਾਂਗੇ, ਤੁਹਾਨੂੰ ਅਸੀਂ ਕੁਝ ਨਹੀਂ ਕਰ ਦਿੰਦੇ ਹੈਗੇ। ਪ੍ਰਸ਼ਾਸਨ ਵੀ ਸਾਡੀ ਕੋਈ ਮੰਗ ਨਹੀਂ ਸੁਣਦਾ ਜੀ, ਕੋਈ ਕਾਰਵਾਈ ਨਹੀਂ ਕਰ ਰਿਹਾ ਹੈਗਾ। ਅਸੀਂ ਕਿੰਨੇ ਵਾਰੀ ਥਾਣੇ ਗਏ, ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਇੱਥੇ। ਇਹ ਕੋਈ ਵੀ ਕੇਸ ਹੈਗਾ ਭਾਈ? ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਸਵੀਰ ਸਿੰਘ ਹੈ ਜੀ, ਪਿੰਡ ਮੇਰਾ ਜੋਗਾ ਹੈ। ਪਿੰਡ ਜੋਗਾ ਤੁਹਾਡੇ ਨਾਲ ਕਿਉਂ ਕੁੱਟਮਾਰ ਕੀਤੀ ਹੈ? ਸਾਡਾ ਰੇਟ ਅਸੀਂ 4000 ਕੀਤਾ ਸੀ ਝੋਨੇ ਦੀ ਲਵਾਈ ਪਹਿਲਾਂ, ਤੇ ਬਾਅਦ 'ਚ ਜਦੋਂ ਪੈਸੇ ਲੈਣ ਗਏ ਉਹ ਕਹਿੰਦੇ ਅਸੀਂ 3000 ਤੋਂ ਵੱਧ ਦਿੰਦੇ ਨਹੀਂ, ਤੇ ਇਸ ਕਰਕੇ 4000 ਰੁਪਇਆ ਪੰਚਾਇਤ ਵਿੱਚ ਤੈਅ ਹੋਇਆ ਸੀ? ਨਹੀਂ ਜੀ, ਅਸੀਂ ਪਿਛਲੇ ਸਾਲ ਵੀ 4000 ਲੈਤਾ ਸੀ, ਐਤਕੀ ਵੀ ਰੇਟ 4000 ਹੀ ਰੱਖਿਆ ਸੀ। ਤੇ ਅਸੀਂ ਪਹਿਲਾਂ ਕਿਹਾ ਵੀ ਸੀ ਵੀ ਰੇਟ ਸਾਡਾ 4000 ਹੈ ਭਾਈ, ਤੇ ਜਦੋਂ ਅਸੀਂ ਪੈਸੇ ਲੈਣ ਗਏ ਉਹਨਾਂ ਨੇ ਮੀਟਿੰਗ ਕਰਕੇ ਕਹਿੰਦੇ ਵੀ ਪੈਸੇ ਮੀਟਿੰਗ ਕਰਕੇ ਦੇਵਾਂਗੇ, ਆਪਾਂ ਇਦੋਂ 3000 ਤੋਂ ਇੱਕ ਪੰਜੀ ਵੱਧ ਨਹੀਂ ਦੇਣੀ। ਇਸ ਗੱਲ ਤੇ ਕੁੱਟਮਾਰ ਹੋਈ ਹੈ। ਪੈਸੇ ਮਿਲ ਗਏ ਹੁਣ ਜੋ ਤੁਹਾਡਾ ਪਿਛਲਾ ਬਕਾਇਆ? ਪੈਸੇ ਉਹਨਾਂ ਨੇ ਜੀ ਥਾਣੇ ਥਰੂ ਦਿੱਤੇ ਹੈ, ਜੋ ਥਾਣਾ ਦਰਬਾਰੀ ਹੋ ਗਈ ਜੀ, ਪਰ ਜਿਹੜੀ ਆਹ ਕੁੱਟਮਾਰ ਦੀ ਕਾਰਵਾਈ ਹੈ ਇਹ ਨਹੀਂ ਕੀਤੀ ਗਈ। ਕੁੱਟਿਆ ਤੁਹਾਨੂੰ ਕੁੱਟਿਆ ਗਿਆ ਕਿ ਹੋਰ ਵੀ ਪਿੰਡ ਦੇ ਲੋਕਾਂ ਨੂੰ ਕੁੱਟਿਆ? ਨਹੀਂ, ਮੈਂ ਇਕੱਲੇ ਦੀ ਕੁੱਟਮਾਰ ਹੋਈ ਹੈ ਜੀ, ਮੇਰੀਆਂ ਪੱਸਲੀਆਂ ਤੋੜੀਆਂ ਗਈਆਂ ਨੇ, ਤੇ ਉਹ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸਲੇ ਤੋੜੀਆਂ ਕਿੰਨੇ ਨੇ? ਕਿਵੇਂ ਤੁਹਾਨੂੰ ਕਿਉਂ ਟਾਰਗੇਟ ਕੀਤਾ ਗਿਆ ਉੱਥੇ? ਉੱਥੇ ਮੈਂ ਉਹਨਾਂ ਨੂੰ ਕਿਹਾ ਸੀਗਾ, ਮੈਂ ਬੋਲਿਆ ਸੀ ਮੇਰਾ ਘਰ ਨੇੜੇ ਹੈ, ਵੀ ਭਾਈ ਅਸੀਂ ਵਾਰ ਤੇ ਵਾਰੀ ਆ, ਵੀ ਭਾਈ ਅਸੀਂ ਪੈਸੇ 4000 ਹੀ ਲਵਾਂਗੇ, ਇਸ ਕਰਕੇ ਮੇਰੀ ਕੁੱਟਮਾਰ ਕੀਤੀ ਗਈ ਵੀ ਇਹੀ ਮੂਹਰੇ ਹੈਗਾ, ਤੇ ਤਾਂ ਕਰਕੇ ਕੁੱਟਮਾਰ ਕੀਤੀ ਗਈ। ਤੁਸੀਂ ਭਾਈ ਨਾਲ ਆਏ ਹੋ ਨਾ? ਹਾਂਜੀ ਹਾਂਜੀ। ਕਿ ਤੁਸੀਂ ਵੀ ਉਸੇ ਪਿੰਡ ਦੇ ਜਿਵੇਂ ਕਹਿ ਨੇ ਕਿ 4000 ਝੋਨੇ ਲਵਾਈ ਹੋਈ ਸੀ, ਕਿ ਵਾਕਈ ਇਹ 4000 ਰੁਪਏ ਤੈਅ ਜੇ ਹੋ ਗਿਆ ਸੀ, ਫਿਰ ਦਿੱਤੇ ਕਿਉਂ ਨਹੀਂ ਪੈਸੇ? ਜੇ ਦਿੱਤੇ ਨੇ ਥਾਣੇ ਥਰੂ ਕਹਿੰਦੇ ਵੀ ਦਿੱਤੇ ਗਏ ਨੇ ਪੈਸੇ। ਹਾਂਜੀ ਹਾਂਜੀ, ਇਹ ਗੱਲ ਇਹ ਹੋਈ ਸੀ ਰੇਟ ਦੀ, ਵੀ ਜਿਹੜਾ ਪਿਛਲੇ ਸਾਲ ਚੱਲਿਆ ਜੀ ਰੇਟ, ਵੀ ਆਪਾਂ ਵਧਾਉਂਦੇ ਨਹੀਂ ਰੇਟ, ਵੀ ਉਹੀ ਦੇ ਦਿਓ। ਜਿੱਦੇ ਦੀ ਕੁੱਟਮਾਰ ਹੁੰਦੀ ਹੈ ਜੀ, ਆਪਾਂ ਪੱਤਰਕਾਰ ਵੀਰ ਨੇ ਸਵਾਲ ਕਰਿਆ ਵੀ ਤੁਸੀਂ ਵੀਡੀਓ ਉਸ ਵੇਲੇ ਕਿਹੜੀ ਬਣਾ ਲੈਂਦਾ ਜੀ? ਇਹ ਦਿਹਾੜੀ ਕਰਕੇ ਆਇਆ ਸੀ, ਤਿੰਨੇ ਮਾਂ ਪੁੱਤਾਂ ਨੇ, 2 ਮੁੰਡੇ ਆ ਜੀ ਜਵਾਨ ਉਹਦੇ, ਪੂਰੇ ਗੱਭਰੂ। ਇਹ ਸੁੱਕੀਆਂ ਰੋਟੀਆਂ ਖਾਂਦਾ ਜੀ, ਉਹਨਾਂ ਦੇ ਘਰੇ ਖੁਰਾਕ ਹੈ। ਮੁੰਡਿਆਂ ਦੀ ਮਾਂ ਕਹਿੰਦੀ ਵੀ ਅਸੀਂ 10 ਕਿੱਲੇ ਸਾਡੇ ਕੋਲ ਹੈਗੇ, ਅਸੀਂ 2 ਕਿੱਲੇ ਵੇਚ ਦਿਆਂਗੇ। ਹੰਕਾਰ ਕੇ ਕਹਿੰਦੇ? ਹੰਕਾਰ ਪੂਰਾ ਜੀ, ਪੂਰਾ ਫੁੱਲ। ਜੇ ਕੋਈ ਦਲਿਤ ਪਰਿਵਾਰ ਦਾ ਮਜ਼ਦੂਰ ਕੋਈ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਆਵੇ, ਉਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ ਜੀ ਉਹਦੇ। ਵੀ ਇਹ ਕਿਉਂ ਮਜ਼ਦੂਰ, ਇਹ ਕਿਉਂ ਮਤਲਬ ਅੱਗੇ ਵਧੀ ਜਾਂਦੇ ਨੇ, ਇਹ ਸਾਈਕਲ ਤੇ ਕਿਉਂ ਨਹੀਂ ਜਾਂਦੇ, ਇਹ ਸਾਡੀਆਂ ਖੁੱਲਡੀਆਂ 'ਚ ਹੱਥ ਕਿਉਂ ਨਹੀਂ ਮਾਰਦੇ, ਇਹਨਾਂ ਦੀਆਂ ਬੁੜੀਆਂ ਸਾਡੇ ਗੋਹਾ ਕੂੜਾ ਕਿਉਂ ਨਹੀਂ ਕਰਦੀਆਂ? ਉਹਨਾਂ ਦੀ ਸੋਚ ਇਹ ਹੈ ਜੀ, ਮਤਲਬ ਜਿਹੜਾ ਉਹਨਾਂ ਦਾ ਰਸਤਾ ਜੀ ਉਹ ਦਲਿਤਾਂ ਦੇ ਮਤਲਬ ਵਿਹੜੇ ਵਿੱਚ ਦੀ ਹੈ। ਜੇ ਕਿਸੇ ਦੇ ਮੋਟਰਸਾਈਕਲ ਆ ਗਿਆ ਦਲਿਤ ਪਰਿਵਾਰ ਦੇ ਬਾਹਰ 'ਚ ਖੜਾ ਹੈ, ਉਹਨਾਂ ਨੇ ਲੱਤ ਮਾਰ ਕੇ ਲੰਘਣਾ ਹੀ ਮੁੰਡਿਆਂ ਨੇ। ਜੇ ਕਿਸੇ ਨੇ ਸੱਟੀਆਂ ਲਹਾ ਲੀਆਂ ਵੀ ਇਹ ਅੰਦਰ ਧਰ ਲਾਂਗੇ ਆਪਾਂ, ਉਹਨਾਂ ਨੇ ਹਲਾਂ ਨਾਲ ਟਰੈਕਟਰ ਦੇ ਨਾਲ ਉਹਨਾਂ ਨੂੰ ਖੰਡਿਆ ਦੇਣਾ ਜੀ। ਹੰਕਾਰ ਉਹਨਾਂ 'ਚ ਪੂਰਾ ਫੁੱਲ। ਹੁਣ ਜਿਵੇਂ ਜ਼ਿਕਰ ਆਉਂਦਾ ਹੈ ਸਿਆਸੀ ਪਾਰਟੀਆਂ ਦਾ ਪੰਜਾਬ ਦੇ ਵਿੱਚ, ਬੀਜੇਪੀ ਕਹਿੰਦੀ ਵੀ ਸਾਡਾ ਦਲਿਤ ਹੈ ਹੋਏਗਾ ਮੁੱਖ ਮੰਤਰੀ। ਹਾਂਜੀ ਹਾਂਜੀ। ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਕਿ ਸਾਡਾ ਮੁੱਖ ਮੰਤਰੀ ਜੋ ਹੈ, ਉਪ ਮੁੱਖ ਮੰਤਰੀ ਜਿਹੜਾ ਉਹ ਦਲਿਤ ਹੋਊਗਾ। ਲੱਗਦਾ ਵੀ ਇਹਨਾਂ ਦਾ ਆਸ ਕੀਤੀ ਜਾ ਸਕਦੀ ਸਿਆਸੀ ਪਾਰਟੀਆਂ ਨੂੰ ਜੋ ਦਲਿਤ ਦਾ ਕਾਰਡ ਖੇਡਦੇ ਨੇ। ਬੀਐਸਪੀ ਦੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ? ਜੇ ਬੀਐਸਪੀ ਕਹਿੰਦੀ ਅਸੀਂ ਦਲਿਤਾਂ ਦੀ ਆਵਾਜ਼ ਚੱਕਦੇ ਹਾਂ, ਜੋ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਲਿਆ, ਲੱਗਦਾ ਵੀ ਭਰੋਸਾ ਹੈਗਾ ਉਹਨਾਂ ਤੇ ਤੁਹਾਨੂੰ ਇਨਸਾਫ ਮਿਲ ਜੂਗਾ? ਨਹੀਂ, ਬੀਐਸਪੀ ਤੇ ਸਾਨੂੰ ਕੋਈ ਭਰੋਸਾ ਨਹੀਂ ਰਿਹਾ ਜੀ, ਨਾ ਸਾਨੂੰ ਅਕਾਲੀਆਂ ਤੇ ਨਾ ਕਾਂਗਰਸ ਤੇ ਆ ਜੀ। ਸਾਨੂੰ ਤਾਂ ਸਿਰਫ ਇੱਕ ਮਜ਼ਦੂਰ ਮੁਕਤੀ ਮੋਰਚਾ ਜਿਹੜੀ ਆਪਣੇ ਭਗਵੰਤ ਸਮਾਓ ਜੀ ਨੇ ਪ੍ਰਧਾਨ, ਸਾਡੇ ਤਾਂ ਬਸ ਇਹੀ ਵਾਰਸ ਰਹਿ ਗਏ ਇਕੱਲੇ, ਜਾਂ ਪ੍ਰਮਾਤਮਾ ਹੀ ਸਾਡਾ ਤਾਂ ਹੋਰ ਕੋਈ ਪਾਰਟੀ ਮਤਲਬ ਹੀ ਨਹੀਂ। ਵੀ ਕੋਈ ਕਿਸੇ ਨੇ ਆ ਕੇ ਬਾਤ ਹੀ ਨਹੀਂ ਪੁੱਛੀ। 11 ਦਿਨ ਹਸਪਤਾਲ 'ਚ ਪਿਆ ਰਿਹਾ ਇਹ, ਡਾਕਟਰਾਂ ਨੂੰ ਵੀ ਬੰਨ੍ਹਤਾ ਹੀ ਜਾ ਕੇ ਉੱਥੇ, ਤੇ ਹੁਣ ਵੀ ਭਿਣਖਾਂ ਲੈਂਦੇ ਫਿਰਦੇ ਆ ਵੀ ਇਹ ਕਿੱਥੇ ਜਾਂਦੇ ਆ, ਕੀ ਕਰਦੇ ਆ, ਮਗਰ ਬੰਦਾ ਭੇਜਦੇ ਆ ਜੀ, CID ਭੇਜਦੇ ਆ। ਸਾਰੀ ਸਿਆਸੀ ਪਾਰਟੀਆਂ ਦਲਿਤ ਕਾਰਡ ਖੇਡਦੀਆਂ ਨੇ ਦਲਿਤਾਂ ਨੂੰ ਲੈ ਕੇ, ਵੀ ਦਲਿਤ ਨਾਲ ਅਸੀਂ ਦਲਿਤਾਂ ਨੂੰ ਅਸੀਂ ਇਹ ਕੁਛ ਦਾਂਗੇ, ਇਹ ਕਰ ਦਾਂਗੇ, ਇਨਸਾਫ ਦਾਂਗੇ, ਦਲਿਤ ਨਾਲ ਧੱਕਾ ਨਹੀਂ ਹੋਣਾ। ਫਿਰ ਤੁਸੀਂ ਕਹਿੰਦੇ ਵੀ ਸਾਨੂੰ ਆਸ ਨਹੀਂ ਕਿ ਕਿਤੇ ਚੋਣਾਂ ਵੀ ਆ ਗਈਆਂ ਨੇ। ਚੋਣਾਂ ਆ ਗਈਆਂ ਜੀ, ਫਿਰ ਕੋਈ ਗੱਲ ਨਹੀਂ, ਚੋਣਾਂ ਵੇਲੇ ਉਹੋ ਜਿਹਾ ਪੁੱਛ ਲਾਂਗੇ ਉਹਨਾਂ ਨੂੰ। ਮਤਲਬ ਕੋਈ ਇਹਨਾਂ ਦੇ ਲਾਰੇ ਆ ਜੀ, ਲਾਰੇ ਮਤਲਬ ਵੱਧ ਉਹ ਕਰ ਲੈਣ। ਮਿੱਟੀ ਚੱਕ ਸਹੁੰ ਖਾਂਦੇ ਆ ਫਿਰ ਆ ਕੇ ਧਰਮਸ਼ਾਲਾ 'ਚ, ਆਹ ਮਿੱਟੀ ਦੀ ਸਹੁੰ ਸਾਨੂੰ ਵੋਟਾਂ ਪਾ ਦਿਓ ਕੀ ਤੁਹਾਡਾ ਇਹ ਐਂ ਕਰ ਦਿਆਂਗੇ, ਤੁਹਾਡੀ ਸਾਰੀ ਥਾਈ 'ਚ ਫਰਸ਼ ਚਿਣ ਦਿਆਂਗੇ ਜੀ, ਅਸੀਂ ਤੁਹਾਡੇ ਸਾਰੇ ਜਵਾਕਾਂ ਨੂੰ ਨੌਕਰੀਆਂ 'ਤੇ ਲਵਾ ਦਿਆਂਗੇ ਜੀ। ਉਹ ਨੌਕਰੀਆਂ ਕਿਹੜੀਆਂ ਨੇ ਜੀ, ਉਹ ਤੁਹਾਨੂੰ ਮੈਂ ਦੱਸਦਾ। ਤੇ ਨੌਕਰੀਆਂ ਇਹ ਹੈ ਜੀ, ਮਤਲਬ ਤੂੰ ਸਾਡੇ ਗੋਹਾ ਕੂੜਾ ਸਿੱਟਣ ਆਇਆ ਕਰ,
ਤੂੰ ਸਾਡੇ ਮਾਲ ਪਸ਼ੂ ਸਾਂਭ, ਤੂੰ ਕਿਸੇ ਦੁਕਾਨ ਤੇ ਨਹੀਂ ਲੱਗਣਾ। ਮਤਲਬ ਸਾਡਾ ਨੌਕਰ ਬਣਾ ਕੇ ਰੱਖਦੇ ਜੀ, ਆਪਦੀਆਂ ਖੁੱਲ੍ਹੀਆਂ 'ਚ ਹੱਥ ਮਰਵਾਉਣਾ ਚਾਹੁੰਦੇ ਨੇ। ਉਹ ਮਤਲਬ ਨੌਕਰੀਆਂ ਨੇ ਜੀ ਇਹਨਾਂ ਦੀਆਂ। ਮੇਰੇ ਇੱਕ ਆਖਰੀ ਸਵਾਲ ਹੈ ਕਿ ਲੱਗਦਾ ਹੈ ਕਿ ਵਾਕਈ ਕਿਸਮਤ ਬਦਲ ਜੂਗੀ ਜੇ ਕੋਈ ਦਲਿਤ ਸੀਐਮ ਬਣ ਜਾਂਦਾ ਪੰਜਾਬ ਦੇ ਵਿੱਚ? ਨਹੀਂ, ਕਹਿ ਨਹੀਂ ਸਕਦੇ ਜੀ ਇਹਦੇ ਬਾਰੇ। ਦਲਿਤ ਹੁਣ ਵੀ ਹੈਗੇ ਨੇ ਜੀ, ਹੁਣ ਵੀ ਹੈਗੇ। ਸਾਡੇ ਪਿੰਡ ਦੇ ਵਿੱਚ 2 MC ਬਣੇ ਆ ਜੀ, ਉਹ ਵੀ ਉਹਨਾਂ ਕਣੀ ਧਨਾਡਾ ਕਣੀ ਹੋਏ ਖੜੇ ਆ ਜੀ। ਕੀ ਤੇ ਭਰੋਸਾ ਕਰ ਲਾਂਗੇ ਜੀ? ਉਹ ਵੀ ਅੱਜ ਉਹਨਾਂ ਦੀ ਬੋਲੀ ਬੋਲਦੇ ਆ, ਜਿਵੇਂ ਉਹ ਮਤਲਬ ਚਾਬੀ ਐਂ ਦੇ ਦਿੰਦੇ ਆ, ਚਾਬੀ ਮਰੋੜਦੇ ਆ, ਉਵੇਂ ਚੱਲਦੇ ਆ ਉਹ। ਇਹਦੇ ਕਣੀ ਤਾਂ ਕੋਈ ਵੀ ਨਹੀਂ ਆ ਕੇ ਖੜਾ ਜੀ। ਤੇ ਸਾਰੀ ਗੱਲਬਾਤ ਸੁਣੀ ਹੈ। ਦਲਿਤ ਪਰਿਵਾਰ ਆਏ ਨੇ, ਜਿਵੇਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਦਲਿਤ ਪਰਿਵਾਰ ਇੱਥੇ ਆਏ ਹੋਏ ਨੇ ਜਿਨ੍ਹਾਂ ਨਾਲ ਧੱਕਾ ਹੋਇਆ ਹੈ। ਜ਼ਿਲ੍ਹਾ ਮਾਨਸਾ ਤੋਂ ਆਏ ਨੇ ਤਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਆ ਕੇ ਗੱਲ ਕਹਿਦੇ ਨੇ। ਕੋਈ ਵਿਅਕਤੀ ਇਹ ਕਹਿ ਰਿਹਾ ਕਿ ਮੇਰੇ ਨਾਲ ਧੱਕਾ ਇਸ ਕਰਕੇ ਹੋਇਆ ਕਿ ਇਹਨਾਂ ਨੇ ਰੇਟ ਜ਼ਿਆਦਾ ਮੰਗੇ ਸੀ। ਪਿਛਲੇ ਸੀਜ਼ਨ ਦੇ ਵਿੱਚ 3000 ਰੇਟ ਸੀ, ਇਸ ਵਾਰ ਵੀ 3000 ਦੀ ਡਿਮਾਂਡ ਰੱਖੀ, ਪਰ ਉਸ ਤੋਂ ਵੀ ਆਨਾਕਾਨੀ ਕਰ ਰਹੇ ਸੀ। ਤਾਂ ਇਸ ਸ਼ਖਸ ਨੇ ਵੀ ਗੱਲਬਾਤ ਕੀਤੀ ਕਿ 4000 ਰੁਪਇਆ ਰੇਟ ਸੀ। ਇਕੱਲੇ ਇਹੀ ਬੋਲੇ ਪਿੰਡ ਦੇ ਵਿੱਚੋਂ ਵੀ 4000 ਰੇਟ ਚਾਹੀਦਾ, ਪਰ ਇਸ ਨਾਲ ਵੀ ਕੁੱਟਮਾਰ ਹੋਈ। ਉਸ ਤੋਂ ਬਾਅਦ ਇੱਕ ਭੈਣ ਵੀ ਸਾਹਮਣੇ ਆਈ ਜਿਨ੍ਹਾਂ ਦਾ ਅੱਜ ਵੀ ਪਤੀ ਦੀ ਡੈਥ ਹੋ ਚੁੱਕੀ ਹੈ। ਅੱਜ ਵੀ ਬੋਡੀ ਜੋ ਹੈ ਹਸਪਤਾਲ ਦੇ ਵਿੱਚ ਪਈ ਹੈ। ਦੇਹ ਸੰਸਕਾਰ ਨਹੀਂ ਕਰ ਰਹੇ, ਇਸੇ ਕਰਕੇ ਵੀ ਜਦ ਤੱਕ ਇਨਸਾਫ ਨਹੀਂ ਮਿਲੂਗਾ ਤਦ ਤੱਕ ਬੋਡੀ ਉੱਥੇ ਪਈ ਰਹੂਗੀ।